भई अकाल की, कब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। आखो प्रभु नानक दे कर भक्त, तुत आगे अरदास हमारी, तुत आगे अरदास हमारी, जियो पिंड सब ते जुगाद गुरु नम, ओ सतगुरु नम, श्री गुरुदेव नम। आ आ नाइन्टी 7.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 29 ਮੱਘਰ ਸੰਮਤ 552 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 13 ਦਸੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਆਪ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। रामदास गुरु बिन सेरा दिल सवारिया, धन
सेवक की अरदास प्यारे, सेवक की अरदास प्यारे। सेवक की अरदास प्यारे, सेवक की अरदास प्यारे। जप जीवा जप जीवा प्रभु चरण तुम्हारे, सेवक की अरदास प्यारे, सेवक की अरदास प्यारे। तू बेअंत को बिरला जाने, तू बेअंत को बिरला जाने, गुर प्रसाद को शब्द पछाने, गुर प्रसाद को शब्द पछाने, सेवक की अरदास प्यारे, सेवक की अरदास प्यारे। जप जीवा प्रभु चरण तुम्हारे, सेवक की अरदास प्यारे, सेवक की अरदास प्यारे। ध्यान पुरख मेरे प्रभु दाते, ध्यान पुरख मेरे प्रभु दाते, जिस है जनाबो ते मैं तुम जाती, जिस है जनाबो ते मैं तुम जाती, सेवक की अरदास प्यारे, सेवक की अरदास प्यारे। जप जीवा जप
सेवक की अरदास प्यारे, सेवक की अरदास प्यारे। जप जीवा प्रभ चरण तुम्हारे, सेवक की अरदास प्यारे, सेवक की अरदास प्यारे, सेवक की अरदास प्यारे, अरदास प्यारे, अरदास प्यारे। वाहिगुरू। ਹੁਣ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੇ ਓਟ ਉਦਰੇ ਸਗਲ ਜਨ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਲੋਕ ਸੰਤ ਉਦਾਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਵੱਲ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਨੇ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ। ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਹੇ ਨਾਨਕ, ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ। ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚਾਹੇ ਚੰਦਰਮਾ ਦੀ ਚਾਨਣੀ ਹੋਵੇ, ਤੇ ਭਾਵੇਂ ਠੰਡੀ ਰੁੱਤ ਹੋਵੇ, ਇਹਨਾਂ ਦੇ ਰਾਹੀਂ ਮਨ ਦੀ ਤਪਸ਼ ਓਕਾ ਹੀ ਮਿਟ ਨਹੀਂ ਸਕਦੀ। ਹੇ ਨਾਨਕ, ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਨੇ। ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦਾ ਮਨ ਨਿਡਰ ਹੋ ਜਾਂਦਾ ਹੈ। ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ ਤੇ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ। ਅਜਿਹੇ ਗੁਰਮੁਖਾਂ ਦੀ ਸੰਗਤ ਬੜੇ ਭਾਗਾਂ ਦੇ ਨਾਲ ਮਿਲਦੀ ਹੈ। ਇਹ ਸੰਤ ਜਨ ਅੱਠੇ ਪੈਰ ਪ੍ਰਭੂ ਨੂੰ ਸਿਮਰਦੇ ਨੇ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਚੱਲਦੇ ਹਾਂ, ਇੱਕ ਸ਼ਬਦ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। तुमरी शरण तुम्हारी आसा, तुम ही सज्जन सुहेले, राखो राखनहार दयाला, नानक करके गो। राखो राखनहार दयाला, नानक करके गो। राख ले हो हम ते बिगड़ी, 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 राख ले हो हम ते बिगड़ी। सील धर्म जप भगत लगीनी, हाँ अभिमान टेढ़ पगरे। सील धर्म जप भगत लगीनी, हाँ अभिमान टेढ़ पगरी, राख ले हो हम ते बिगड़ी, राख ले हो हम ते बिगड़ी, राख ले हो हम ते बिगड़ी, राख ले हो हम ते बिगड़ी।
ਸੰਚੀਏ ਕਾਇਆ ਇਹ ਮਿਥਿਆ ਕਾਚ ਗਗਰੀ ਆਮਰ ਜਾਨ ਸੰਚੀਏ ਕਾਇਆ ਇਹ ਮਿਥਿਆ ਕਾਚ ਗਗਰੀ ਰਾਖ ਲਿਓ ਹਮ ਤੇ ਬਿਗਰੀ 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 जिन्हें निवाज साज हम किए तिस है विसार आवर लगरी जिन्हें निवाज साज हम किए तिस है विसार आवर लगरी राख लियो हम ते बिगरी 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 सील धर्म जप भगत न कीनी अभिमान टेढ़ पगरी सील धर्म जप भगत न कीनी अभिमान टेढ़ पगरी राख लियो हम ते बिगरी 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 संदक तो है साध नहीं कहियो शरण परे तुमरी पगरी संदक तो है साध नहीं कहियो शरण परे तुमरी पगरी राख लियो हम ते बिगरी राख लियो हम ते बिगरी राख लियो हम ते बिगरी राख लियो हम ते बिगरी
ਹਾਂਜੀ ਹੁਣ ਅਸੀਂ ਸੁਣ ਰਹੇ ਸੀ ਇਹ ਸ਼ਬਦ। ਕਿਸੇ ਕਾਰਨ ਕਰਕੇ ਜਿਹੜਾ ਸ਼ਬਦ ਰਾਹ ਦੇ ਵਿੱਚੋਂ ਹੀ ਰੁਕ ਗਿਆ, ਇਸ ਲਈ ਮਾਫੀ ਚਾਹੁੰਦੇ ਹਾਂ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸਲੋਕ: The merciful Lord is the Saviour of the saints. Their only sport is to sing the Kirtan of the Lord's praises. One becomes immaculate and pure by associating with the saints, O Nanak, and taking the protection of the transcendent Lord. The burning of the heart is not dispelled at all by sandalwood paste, the moon, or the cold season. It only becomes cool, O Nanak, by chanting the name of the Lord. Pauri. Through the protection and support of the Lord's lotus feet, all beings are saved. Hearing of the glory of the Lord of the universe, the mind becomes fearless. Nothing at all is lacking when one gathers the wealth of the Naam. The society of the saints is obtained by very good deeds. 24 hours a day, meditate on the Lord and listen continually to Lord's praises. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 709 ਤੇ ਸ਼ਿਸ਼ੋਭਤ ਸ਼ਬਦ ਹੈ। ਤੇ ਆਓ ਚੱਲਦੇ ਹਾਂ ਅਗਲੇ ਸ਼ਬਦ ਵੱਲ, ਜਿਸ ਨੂੰ ਗਾਇਨ ਕੀਤਾ ਹੈ ਭਾਈ ਚਰਨਪ੍ਰੀਤ ਸਿੰਘ ਜੀ, ਸਤਿੰਦਰ ਸਿੰਘ ਜੀ ਤੇ ਹਰਵਿੰਦਰ ਸਿੰਘ ਜੀ ਨੇ। ऐसी दात तेरी प्रभु मेरे कारज सगल सवार। ऐसी दात तेरी प्रभु मेरे कारज सगल सवार। कारज सगल सवारे, 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 कारज सगल सवारे। ऐसी दात तेरी प्रभु मेरे कारज सगल सवारे। ऐसी दात तेरी प्रभु मेरे कारज सगल सवारे। आगे ही ते सब किछ हुआ वर की जाने ज्ञाना। आगे ही ते सब किछ हुआ अवर की जाने ज्ञाना। आगे ही ते सब किछ हुआ अवर की जाने ज्ञाना। भूल चुक अपना पारक बख्शिया पार ब्रह्म भगवाना। भूल चुक अपना पारक
सगल सवारे, कारज 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 सगल सवारे। ऐसी दात तेरी प्रभ मेरे कारज सगल सवारे, ऐसी दात तेरी प्रभ मेरे कारज सगल सवारे। सतगुर मेरा सदा दयाला, मोह दीन को राख लिया। सतगुर मेरा सदा दयाला, मोह दीन को राख लिया। सतगुर मेरा सदा दयाला, मोह दीन को राख लिया। काटे रोग महासुख पाया, हर अमृत मुख नाम दिया। काटे रोग महासुख पाया, हर अमृत मुख नाम दिया। ऐसी दात तेरी प्रभ मेरे कारज सगल सवारे, ऐसी दात तेरी प्रभ मेरे कारज सगल सवारे। कारज सगल सवारे, 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 कारज सगल सवारे। ऐसी दात तेरी प्रभ मेरे कारज सगल सवारे, ऐसी दात तेरी प्रभ मेरे कारज सगल सवारे। अनक पाप मेरे पर हरिया, बंधन काटे मुकत पए। अनक पाप मेरे पर हरिया, बंधन काटे मुकत पए। अनक पाप मेरे पर हरिया, बंधन काटे मुकत पए। अंधकूप महाकोर ते बाह पकड़ गुर काढ़ लिए। अंधकूप महाकोर ते बाह पकड़ गुर काढ़ लिए। ऐसी दात तेरी प्रभ मेरे कारज सगल सवारे, ऐसी दात तेरी प्रभ मेरे कारज सगल सवारे। कारज सगल सवारे, 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 कारज सगल सवारे। ऐसी दात तेरी प्रभ मेरे कारज सगल सवारे, ऐसी दात
ਨਿਰਭਉ ਭਏ ਸਗਲ ਪੋ ਮਿਟਿਆ ਰਾਖੇ ਰਾਖਨ ਹਾਰੇ ਨਿਰਭਉ ਭਏ ਸਗਲ ਪੋ ਮਿਟਿਆ ਰਾਖੇ ਰਾਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੁਹੇਲਾ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ 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 ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ 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 ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਵਾਹਿਗੁਰੂ 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ ਤੇ ਸਾਡਾ ਸਾਥ ਹੈ 11 ਵਜੇ ਤੱਕ ਤੇ ਆਓ ਚੱਲਦੇ ਹਾਂ ਅਗਲੇ ਸ਼ਬਦ ਵੱਲ ਤੇ ਉਸ ਤੋਂ ਬਾਅਦ ਦੂਸਰੇ ਪਾਰ ਅਸੀਂ ਆਪ ਜੀ ਦੇ ਨਾਲ ਅੱਜ ਦਾ ਲੇਖ ਜਿਹੜਾ ਹੈ ਉਹ ਆਪ ਦੇ ਨਾਲ ਸ਼ੇਅਰ ਕਰਾਂਗੇ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਬਾਬਾ ਨਾਨਕ ਆਖੇ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਬਾਬਾ ਨਾਨਕ ਆਖੇ ਜਪ ਗੋਬਿੰਦ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਲਾਲ ਪ੍ਰਾਣਨਾਥ ਸਿਮਰ ਤੂੰ ਜੀਵੈ ਜਪ ਗੋਬਿੰਦ ਜਪ ਗੋਬਿੰਦ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਰਾਮ ਨਾਮ ਸਿਮਰ ਤੂੰ ਜੀਵੈ
ਬਾਬਾ ਨਾਨਕ ਆਖੇ ਇਹੋ ਵਿਚਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਬਾਬਾ ਨਾਨਕ ਆਖੇ ਹੋ ਵਿਚਾਰ। Businesses, time is running out. Starting on the 1st of Jan, anyone who deals with Europe will have to follow new rules on exports, imports, tariffs, data, and hiring. I know we've all got our hands full right now, but basically, if any part of your business crosses borders, you need to do something about it now. This is happening, so make sure you have everything covered. We haven't got long. Start now at gov.uk/transition. Check, change, go. ਏਕ ਓੰਕਾਰ ਸਤਿਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ 97.3 FM ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਸਿੱਖ ਵਿਰਸਾ ਤੇ ਆਓ ਚੱਲਦੇ ਹਾਂ ਭਜਨ ਬੰਦਗੀ ਦਾ ਪ੍ਰਤਾਪ ਦੇ ਵਿੱਚੋਂ ਇੱਕ ਲੇਖ ਜਿਹੜਾ ਕਿ ਸੋਢੀ ਹਰਭਜਨ ਸਿੰਘ ਜੀ ਨੇ ਲਿਖਿਆ ਉਹ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਤੇ ਇਹ ਲੇਖ ਵੀ ਹੈ ਮੂਲ ਮੰਤਰ ਜਿਹੜਾ ਕਿ ਸਿੱਖਾਂ ਦਾ ਮੂਲ ਮੰਤਰ ਹੈ ਉਹਦੇ ਸੰਬੰਧੀ ਹੈ। ਇਹਦੇ ਵਿੱਚ ਵੀ ਜਿਵੇਂ ਕਿ ਸਾਡੇ ਕਿਸੇ ਵੀ ਧਾਰਮਿਕ ਮਸਲਾ ਹੋਵੇ ਉਹਦੇ 'ਚ ਜਿਹੜੇ ਮਤਭੇਦ ਜਿਹੜੇ ਲੋਕਾਂ ਨੇ ਬਣਾਏ ਦਿੱਤੇ ਨੇ ਤੇ ਮੂਲ ਮੰਤਰ ਸੰਬੰਧੀ ਵੀ ਕਈ ਵਾਰੀ ਕਈ ਤਰ੍ਹਾਂ ਦੇ ਮਤਭੇਦ ਪਾਏ ਜਾਂਦੇ ਨੇ ਤੇ ਸੋਢੀ ਹਰਭਜਨ ਸਿੰਘ ਜੀ ਲਿਖਦੇ ਨੇ ਕਿ ਦਾਸ ਨੇ 1930 ਦੇ ਵਿੱਚ ਅੰਮ੍ਰਿਤਪਾਨ ਕੀਤਾ ਸੀ ਤੇ ਪੰਜਾਂ ਪਿਆਰਿਆਂ ਨੇ ਮੂਲ ਮੰਤਰ ਦਾ ਪਾਠ ਇਹ ਦੱਸਿਆ ਸੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਢੀ ਜੀ ਲਿਖਦੇ ਨੇ ਕਿ ਮੈਂ ਆਪਣੇ ਨਿਤਨੇਮ ਤੋਂ ਵੱਖਰਾ ਪਾਠ ਇਸ ਦਾ ਕਰਦਾ ਰਿਹਾ। ਕੁਝ ਸਮੇਂ ਉਪਰੰਤ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਤੇ ਸੰਤ ਬਾਬਾ ਮਨਸਾ ਸਿੰਘ ਜੀ ਨੇ ਦਾਸ ਨੂੰ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਲਈ ਚੁਣ ਲਿਆ। ਉਹਨਾਂ ਨਾਲ ਮਿਲ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਹੁੰਦੀ ਰਹੀ। ਉਹ ਸਦਾ ਹੀ ਇਸ ਮੂਲ ਮੰਤਰ ਦਾ ਪਾਠ ਅੰਮ੍ਰਿਤ ਛਕਾ ਕੇ ਦੱਸਦੇ ਰਹੇ।
1938 ਨਵੰਬਰ ਦੇ ਵਿੱਚ ਅੰਬਾਲੇ ਸ਼ਹਿਰ ਦੇ ਵਿੱਚ ਸੰਤ ਭਾਈ ਰਾਮ ਸਿੰਘ ਜੀ ਦੇ ਜਥੇ ਨੇ ਅੰਮ੍ਰਿਤ ਸੰਚਾਰ ਕਰਨਾ ਸੀ ਤੇ ਦਾਸ ਨੂੰ ਜਥੇਦਾਰ ਥਾਪਿਆ ਗਿਆ ਉਹਨਾਂ 5 ਸਿੰਘਾਂ ਦਾ। ਪਰ ਜਦ ਮੂਲ ਮੰਤਰ ਦੱਸਣ ਦਾ ਸਮਾਂ ਆਇਆ ਤਾਂ ਸੰਤ ਜੀ ਨੇ ਕਿਹਾ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਦੱਸੋ। ਦਾਸ ਨੇ ਉਹਨਾਂ ਨੂੰ ਇੱਕ ਪਾਸੇ ਲਿਜਾ ਕੇ ਕਿਹਾ ਕਿ ਇਹ ਨਾਨਕ ਹੋਸੀ ਪੀ ਸੱਚ ਤੱਕ ਹੈ। ਭਲਾ ਜੇਕਰ ਗੁਰਪ੍ਰਸਾਦ ਤੱਕ ਵੀ ਹੋਵੇ ਤਾਂ ਵੀ ਅਸੀਂ ਕੁਝ ਵਧੇਰਾ ਹੀ ਜਪਾਇਆ ਨਾ, ਪਰ ਜੇਕਰ ਨਾਨਕ ਹੋਸੀ ਪੀ ਸੱਚ ਤੱਕ ਹੋਵੇ ਤਾਂ ਅਸੀਂ ਗੁਰਪ੍ਰਸਾਦ ਤੱਕ ਦੱਸੀਏ ਤਾਂ ਘਾਟਾ ਪਿਆ। ਨਾਨਕ ਹੋਸੀ ਪੀ ਸੱਚ ਦੱਸਣ ਨਾਲ ਦੋਵੇਂ ਹੱਥੀਂ ਲੱਡੂ ਨੇ। ਅਸੀਂ ਅੰਮ੍ਰਿਤ ਅਭਿਲਾਖੀਆਂ ਦੇ ਸਾਹਮਣੇ ਬਹਿਸ ਨਾ ਕਰੀਏ ਤਾਂ ਉਹ ਮੰਨ ਗਏ ਤੇ ਇਸ ਤਰ੍ਹਾਂ ਅੰਮ੍ਰਿਤਪਾਨ ਕਰਵਾਇਆ ਗਿਆ। ਦੂਜੇ ਤੀਜੇ ਦਿਨ ਅਸੀਂ ਜਥੇ ਸਮੇਤ ਪੰਜੋਖਰਾ ਸਾਹਿਬ ਦੇ ਦਰਸ਼ਨ ਕਰਨ ਗਏ ਤੇ ਉੱਥੇ ਕੁਦਰਤੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ ਸਨ। ਅਸੀਂ ਕਿਹਾ ਚਲੋ ਇਹਨਾਂ ਤੋਂ ਸਪਸ਼ਟੀਕਰਨ ਲੈ ਲਈਏ। ਉਹ ਬਾਗ ਦੇ ਵਿੱਚ ਬੈਠੇ ਸਨ। ਅਸੀਂ ਜਾ ਕੇ ਫਤਿਹ ਗਜਾਈ ਤੇ ਬੈਠ ਗਏ। ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਅਸੀਂ ਮਤਲਬ ਦੀ ਗੱਲ ਕੀਤੀ ਤੇ ਉਹਨਾਂ ਦਾ ਵਿਚਾਰ ਲਿਆ। ਉਹ ਕਹਿਣ ਲੱਗੇ ਇਹ ਨਾਨਕ ਹੋਸੀ ਪੀ ਸੱਚ ਤੱਕ ਹੈ। ਅਸਾਂ ਕਿਹਾ ਚਲੋ ਮਹਾਰਾਜ ਸਾਡੀ ਤਾਂ ਤਸੱਲੀ ਹੋ ਗਈ, ਕਿਰਪਾ ਕਰਕੇ ਸਾਨੂੰ ਕੋਈ ਥੋੜਾ ਸਬੂਤ ਦਿਓ ਤਾਂ ਕਿ ਹੋਰਨਾਂ ਨੂੰ ਵੀ ਸਿੱਧੇ ਰਾਹ ਪਾ ਸਕੀਏ। ਉਹਨਾਂ ਦੱਸਿਆ ਕਿ ਅਸਾਂ 2 ਐਸੀਆਂ ਬੀੜਾਂ ਦੇ ਦਰਸ਼ਨ ਕੀਤੇ ਨੇ, ਇੱਕ ਹਜੂਰ ਸਾਹਿਬ ਤੇ ਇੱਕ ਪਟਨਾ ਸਾਹਿਬ, ਜਿਨ੍ਹਾਂ ਵਿੱਚ ਨਾਨਕ ਹੋਸੀ ਪੀ ਸੱਚ ਦੇ ਅੱਗੇ ਬ੍ਰੈਕਟ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਤੇ ਦੋਹਾਂ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਸਖਤ ਸਨ। ਹੋਰ ਦੱਸਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨੂੰ ਜਦੋਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ ਤੇ ਪੁਲ ਲੰਘ ਕੇ ਜਦ ਅੰਦਰ ਜਾਈਦਾ ਹੈ ਤੇ ਦਰਵਾਜ਼ੇ ਉੱਪਰ ਇੱਕ ਸੁਨਹਿਰੀ ਪੱਤਰੇ ਤੇ ਪਹਿਲਾ ਮੂਲ ਮੰਤਰ ਲਿਖਿਆ ਹੋਇਆ ਹੈ। ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਸੋਨਾ ਦਾਨ ਕਰਨ ਦਾ ਜ਼ਿਕਰ ਹੈ। ਉਹ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਦਾ ਹੈ। ਉਹ ਕਹਿਣ ਲੱਗੇ ਕਿ ਇਹ ਮੂਲ ਮੰਤਰ ਕੇਵਲ ਇੱਕ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੈ, ਅੱਗੇ ਸਾਰੇ ਮੰਗਲਾਚਰਨ ਹਨ। ਮੰਗਲਾਚਰਨ ਉਹ ਹੁੰਦਾ ਹੈ ਜੋ ਕਿਸੇ ਲਿਖਤ ਲਿਖਣ ਲੱਗੇ ਸਭ ਤੋਂ ਪਹਿਲਾਂ ਲਿਖਿਆ ਜਾਵੇ, ਜਿਸ ਦਾ ਇਹ ਭਾਵ ਹੁੰਦਾ ਹੈ ਕਿ ਮੈਂ ਨਿਰੰਕਾਰ ਦੇ ਸਰਗਣ ਸਰੂਪ ਸਤਿਗੁਰੂ ਦੀ ਸਹਾਇਤਾ ਮੰਗਦਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੰਗਲਾਚਰਨ 4 ਪ੍ਰਕਾਰ ਦਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸ਼ੁਰੂ ਵਾਲੇ ਮੂਲ ਮੰਤਰ ਤੋਂ ਇਲਾਵਾ 32 ਵਾਰ ਲਿਖਿਆ ਹੋਇਆ ਹੈ ਤੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ 9 ਵਾਰੀ ਆਇਆ ਹੈ ਤੇ ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ ਇਹ ਕੇਵਲ 2 ਵਾਰੀ ਆਇਆ ਹੈ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਕੀ ਸਾਰੇ ਹੀ ਇਹ ਮੰਗਲਾਚਰਨ ਹੈ ਤੇ ਜਿਨ੍ਹਾਂ ਦੀ ਗਿਣਤੀ 524 ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਸਭ ਦੇ ਅਖੀਰ ਗੁਰ ਪ੍ਰਸਾਦ ਜ਼ਰੂਰ ਹੈ। ਸਪਸ਼ਟ ਹੈ ਕਿ ਹਰ ਵਾਰੀ ਗੁਰੂ ਜੀ ਸਹਾਇਤਾ ਮੰਗ ਰਹੇ ਨੇ। ਜਿਹੜੇ ਵੀਰ ਪਹਿਲੇ ਰੂਪ ਨੂੰ ਹੀ ਮੂਲ ਮੰਤਰ ਸਮਝਦੇ ਨੇ ਉਹ ਭੁੱਲ ਵਿੱਚ ਨੇ ਤੇ ਮੰਗਲਾਚਰਨ ਨੂੰ ਦੋਵਾਂ ਪਾਸਿਆਂ ਤੇ ਲਾਉਂਦੇ ਹਨ। ਦਰਅਸਲ ਇੱਕ ਏਕਾ ਸੂਚਕ ਮੂਲ ਮੰਤਰ ਦਾ ਹੈ। ਕਈ ਵੀਰ ਇਸ ਨੂੰ ਪਹਿਲੀ ਪੌੜੀ ਵੀ ਆਖਦੇ ਨੇ, ਉਹ ਵੀ ਭੁੱਲ ਕਰਦੇ ਨੇ। ਪਹਿਲੀ ਪੌੜੀ ਇਸ ਤੋਂ ਅੱਗੇ ਹੈ, ਜੋ ਸੋਚੈ ਸੋਚ ਨਾ ਹੋਵੇ ਤੋਂ ਸ਼ੁਰੂ ਹੋ ਕੇ ਨਾਨਕ ਲਿਖਿਆ ਨਾਲ ਤੱਕ ਹੈ, ਕਿਉਂਕਿ ਇੱਥੇ ਫਿਰ ਇੱਕ ਹੈ ਤੇ ਅੱਗੇ 1 3 4 ਆਦਿ ਸ਼ੁਰੂ ਹੋ ਜਾਂਦੇ ਨੇ। ਸੋ ਪੌੜੀਆਂ ਦੇ ਨੰਬਰ ਨੇ। ਉਹਨਾਂ ਹੋਰ ਭੁਲੇਖਾ ਵੀ ਕੱਢਿਆ ਕਿ ਕਈ ਵਾਰੀ ਵੀਰ ਪਹਿਲੇ ਇੱਕ ਨੂੰ ਸ਼ਲੋਕ ਮੰਨਦੇ ਨੇ ਜੋ ਮੰਗਲਾਚਰਨ ਤੋਂ ਅੱਗੇ ਹੈ। ਉਹਨਾਂ ਦਾ ਕਹਿਣਾ ਹੈ ਕਿ ਜਪ ਜੀ ਦੇ ਸ਼ੁਰੂ ਵਿੱਚ ਵੀ ਸ਼ਲੋਕ ਹੈ ਤੇ ਅਖੀਰ ਤੇ ਵੀ, ਕਿਉਂਕਿ ਪਵਨ ਗੁਰੂ ਪਾਣੀ ਪਿਤਾ ਦੇ ਸ਼ੁਰੂ ਦੇ ਵਿੱਚ ਸਪਸ਼ਟ ਸ਼ਲੋਕ ਲਿਖਿਆ ਹੈ ਤੇ ਅਖੀਰ ਵਾਲਾ ਵੀ ਸ਼ਲੋਕ ਹੈ ਤੇ ਜੋੜ 2 ਹੋਣਾ ਚਾਹੀਦਾ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਵਿੱਚ ਜੋੜ ਨਾਲੋਂ ਨਾਲ ਹੀ ਚੱਲਦੇ ਨੇ।
ਦਾਸ ਦੀ ਤਾਂ ਤਸੱਲੀ ਸੀ। ਸੰਤ ਰਾਮ ਸਿੰਘ ਜੀ ਪ੍ਰਸੰਨ ਹੋ ਗਏ ਤੇ ਅਸੀਂ ਫਤਿਹ ਜਾ ਕੇ ਉੱਠ ਬੈਠੇ। ਸੰਤ ਸੰਗਤ ਸਿੰਘ ਜੀ ਕਮਾਲੀਆ ਵਾਲਿਆਂ ਦਾ ਇੱਕ ਵਾਰ ਦੀਦਾਰ ਹੋਇਆ ਤੇ ਦਾਸ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਮੂਲ ਮੰਤਰ ਦਾ ਉਚਾਰਨ ਦੱਸੋ। ਉਹ ਕਹਿਣ ਲੱਗੇ, ਤੂੰ ਕਿੱਥੋਂ ਤੱਕ ਪੜ੍ਹਦਾ ਹੈ? ਤੇ ਦਾਸ ਨੇ ਨਾਨਕ ਹੋਸੀ ਪੀ ਸੱਚ ਤੱਕ ਪੜ੍ਹ ਕੇ ਸੁਣਾਇਆ ਤੇ ਉਹਨਾਂ ਨੇ ਫਰਮਾਇਆ, ਬਿਲਕੁਲ ਸ਼ੁੱਧ ਹੈ, ਡਟ ਕੇ ਪੜ੍ਹਿਆ ਕਰ। ਸੋ ਉਸ ਤੋਂ ਅੱਗੇ ਭਾਈ ਸਾਹਿਬ ਲਿਖਦੇ ਨੇ ਕਿ ਕਈਆਂ ਦਾ ਵਿਚਾਰ ਹੈ ਕਿ ਸਤਿਗੁਰ ਪ੍ਰਸਾਦ ਤੱਕ ਮੂਲ ਮੰਤਰ ਲਿਖ ਕੇ ਅੱਗੇ ਜੋ ਜਪ ਲਿਖਿਆ ਹੈ ਉਹ ਗੁਰਬਾਣੀ ਦਾ ਹੈਡਿੰਗ ਹੈ ਤੇ ਅੱਗੇ ਸ਼ਲੋਕ ਹੈ, ਜੋ ਕਿ ਸੁਖਮਨੀ ਸਾਹਿਬ ਦੇ 17ਵੇਂ ਸ਼ਲੋਕ ਦਾ ਦੂਜਾ ਰੂਪ ਹੈ। ਉਹ ਭੁੱਲ ਜਾਂਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਜਿੰਨੇ ਵੀ ਹੈਡਿੰਗ ਨੇ ਉਹ ਪਹਿਲਾਂ ਨੇ ਤੇ ਮੰਗਲਾਚਰਨ ਪਿੱਛੋਂ ਦਿੱਤੇ ਗਏ ਨੇ, ਜਿਵੇਂ ਗੌੜੀ ਸੁਖਮਨੀ ਨੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਮਕਲੀ ਸਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 13 ਨੰਬਰ ਦਾ ਅੱਖਰ ਇੰਨਾ ਪਿਆਰਾ ਸੀ ਕਿ ਉਹ ਜਦ ਮੋਦੀ ਖਾਨੇ ਵਿੱਚ ਬੈਠੇ ਧਾਰਨਾ ਤੋਲਿਆ ਕਰਦੇ ਸਨ ਤਾਂ ਗਿਣਤੀ ਕਰਦਿਆਂ ਜਦ 13 ਤੇ ਆਉਂਦੇ ਤੇ ਐਸੀ ਲਿਵ ਜੁੜ ਜਾਂਦੀ ਤੇ ਉਹ ਸਦਾ ਸਭ ਕੁਝ ਭੁਲਾ ਕੇ 13 ਦੀਆਂ ਧਾਰਨਾ ਤੋਲੀ ਜਾਂਦੇ ਤੇ ਲੋੜਵੰਦਾਂ ਦੀਆਂ ਝੋਲੀਆਂ ਭਰ ਦਿੰਦੇ। ਤੇ ਜਦੋਂ ਸਾਡੀ ਝੋਲੀ ਵਿੱਚ ਮੂਲ ਮੰਤਰ ਪਾਇਆ ਤਾਂ 13 ਹੀ ਧਾਰਨਾ ਵਾਲਾ ਪਾਇਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਇਹ ਸੀ ਜਿਹੜਾ ਮੂਲ ਮੰਤਰ ਬਾਰੇ ਉਹਨਾਂ ਨੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਤੇ ਜਿਹੜੀ ਖਾਸ ਗੱਲ ਤਾਂ ਇਹ ਹੈ ਕਿ ਜਪਣਾ ਜ਼ਰੂਰੀ ਹੈ। ਬਾਕੀ ਕਿਸੇ ਦਾ ਮਨ ਜਿਸ ਤਰ੍ਹਾਂ ਮੰਨਦਾ ਹੈ ਜਾਂ ਕਿਸੇ ਨੂੰ ਜਿਸ ਤਰ੍ਹਾਂ ਦੱਸਿਆ ਗਿਆ ਹੈ, ਪਰ ਉਹਨਾਂ ਦੀ ਇੱਕ ਗੱਲ ਜਿਹੜੀ ਹੈ ਮੈਨੂੰ ਖਾਸ ਕਰਕੇ ਬਹੁਤ ਚੰਗੀ ਲੱਗੀ ਕਿ ਜੇਕਰ ਹੋਸੀ ਪੀ ਸੱਚ ਤੱਕ ਕੋਈ ਜਪਦਾ ਹੈ ਤੇ ਜ਼ਿਆਦਾ ਹੀ ਜਪਦਾ ਹੈ, ਘਾਟਾ ਤਾਂ ਨਹੀਂ ਪੈਣ ਲੱਗਾ। ਤੇ ਜੇ ਇਸ ਦੇ ਉਲਟ ਦੂਸਰੇ ਤਰ੍ਹਾਂ ਹੋਵੇ ਤੇ ਫਿਰ ਘਾਟਾ ਪੈਣ ਦੀ ਗੁੰਜਾਇਸ਼ ਉੱਥੇ ਹੈ। ਇਹ ਸੀ ਇੱਕ ਲੇਖ ਜਿਹੜਾ ਕਿ ਸੋਢੀ ਹਰਭਜਨ ਸਿੰਘ ਜੀ ਦਾ ਭਜਨ ਬੰਦਗੀ ਦਾ ਪ੍ਰਤਾਪ ਕਿਤਾਬ ਦੇ ਵਿੱਚੋਂ ਉਹਨਾਂ ਦੀ ਦੇ ਵਿੱਚੋਂ ਅਸੀਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਅਗਲਾ ਲੇਖ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਨਾਰਾਇਣ 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 ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਅਬਨਾਸੀ ਖੇਮ ਚਾਹੇ ਜੇ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ 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 ਸਦਾ ਰਸਨਾ ਗੁਣ ਗੋਪਾਲ ਨਿਤ ਗਾਇਣ ਗੁਣ ਗੋਪਾਲ ਨਿਤ ਗਾਇਣ ਰਸਨਾ ਗੁਣ ਗੋਪਾਲ ਨਿਤ ਗਾਇਣ ਗੁਣ ਗੋਪਾਲ ਨਿਤ ਗਾਇਣ ਸਤ ਸਹਿ
मन उपजो सगले दुख बलायन सगले दुख बलायन नारायण 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 सदा सिमर नारायण 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 सदा सिमर नारायण। जो मांगे सोई सोई पावे शिव हर के चरण रसायन जो मांगे सोई सोई पावे शिव हर के चरण रसायन शिव हर के चरण रसायन नारायण 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 सदा सिमर नारायण 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 सदा सिमर नारायण। अब ना सीखेम चाहे जयलाम अब ना सीखेम चाहे जयलाल सदा सिमर नारायण सदा सिमर नारायण सदा सिमर नारायण 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 सदा सिमर नारायण सदा सिमर नारायण। जन्म मरण दुहु तै छूटै भवजल जगत नारायण जन्म मरण दुहु तै छूटै भवजल जगत नारायण जन्म मरण दुहु तै छूटै भवजल जगत नारायण भवजल जगत नारायण 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 सदा सिमर नारायण 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 सदा सिमर नारायण। अब ना सीखेम चाहे जे नानक अब ना सीखेम चाहे जे नानक अब ना सीखेम चाहे जे नानक सदा सिमर नारायण 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 सदा सिमर नारायण 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 सदा सिमर नारायण। खोजत खोजत तत
ਤਤ ਵਿਚਾਰਿਓ ਦਾਸ ਗੋਬਿੰਦ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਨਾਰਾਇਣ। ਅਬਨਾਸੀ ਖੇਮ ਚਾਹੇ ਜੈ ਨਾਨਕ, ਅਬਨਾਸੀ ਖੇਮ ਚਾਹੇ ਜੈ ਨਾਨਕ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਨਾਰਾਇਣ ਨਾਰਾਇਣ ਨਾਰਾਇਣ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ, ਅਬਨਾਸੀ ਖੇਮ ਚਾਹੇ ਜੇ ਨਾਨਕ, ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਨਾਰਾਇਣ ਨਾਰਾਇਣ ਨਾਰਾਇਣ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਨਾਰਾਇਣ ਨਾਰਾਇਣ ਨਾਰਾਇਣ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ। ਨਾਰਾਇਣ ਨਾਰਾਇਣ ਨਾਰਾਇਣ, ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ, ਸਦਾ ਹਾਂਜੀ, ਇਹ ਸਨ ਭਾਈ ਜਸਵੀਰ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਹੁਣ ਅਸੀਂ ਆਪਣਾ ਜਿਹੜਾ ਅੱਜ ਦਾ ਜਿਹੜਾ ਹੈ ਦੂਸਰਾ ਲੇਖ ਹੈ, ਉਹ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਹ ਲੇਖ ਅਸੀਂ ਗੁਰਮਤਿ ਪ੍ਰਕਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਹੈ ਮਾਸਕ ਪੱਤਰ ਹੈ ਦਸੰਬਰ 2007 ਦਾ ਅੰਕ, ਉਹਦੇ ਵਿੱਚੋਂ ਲਿਆ ਹੈ। ਦਸੰਬਰ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਹੈ, ਜਿਹਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ, ਸਿੰਘਾਂ ਦੀ ਸ਼ਹੀਦੀ ਆਉਂਦੀ ਹੈ, ਮਾਤਾ ਗੁਜਰੀ ਜੀ ਦੀ ਸ਼ਹੀਦੀ ਆਉਂਦੀ ਹੈ। ਤੇ ਇਹ ਬਹੁਤ ਹੀ ਦਰਦ ਭਰਿਆ ਮਹੀਨਾ ਹੈ। ਇਹ ਜਿਹੜਾ ਦਰਦ ਹੈ ਜਿਸ ਸ਼ਖਸ ਨੇ ਦਿੱਤਾ ਧਰਮ ਦੇ ਨਾਂ ਦੇ ਉੱਤੇ, ਜਿਨ ਇੰਨਾ ਅਤਿਆਚਾਰ ਕੀਤਾ, ਉਹ ਸੀ ਔਰੰਗਜ਼ੇਬ। ਇੱਕ ਐਸਾ ਬਾਦਸ਼ਾਹ ਜਿਨ ਸਿਰਫ ਆਪਣੇ ਜਿਹੜੇ ਪਾਪ ਸੀ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਧਰਮ ਦਾ ਵੱਡਾ ਜਿਹੜਾ ਹੈ ਕੰਮ ਕਰਨ ਦਾ ਇੱਕ ਕਿਸਮ ਦਾ ਲੋਕਾਂ ਨੂੰ ਦਿਖਾਵਾ ਕੀਤਾ ਕਿ ਮੈਂ ਸਭ ਨੂੰ ਇਸਲਾਮ ਦੇ ਵਿੱਚ ਲਿਆਉਣਾ ਹੈ, ਤਾਂ ਕਿ ਜਿਹੜੇ ਮੇਰੇ ਕੀਤੇ ਪਾਪ ਨੇ ਉਹ ਦੁਨੀਆ ਨੂੰ ਯਾਦ ਨਾ ਰਹਿਣ। ਸੋ ਬਹੁਤ ਹੀ ਵਿਸਥਾਰ ਦੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਨੇ ਇਹ ਲੇਖ ਲਿਖਿਆ ਹੈ ਤੇ ਉਹਨਾਂ ਨੇ ਇਹਦਾ ਸ਼ੀਰਸ਼ਕ ਦਿੱਤਾ ਹੈ ਲੇਖ ਦਾ, ਮੁਗਲ ਰਾਜ ਦੀ ਤਬਾਹੀ ਦਾ ਮੁੱਢ ਬੰਨਣ ਵਾਲੇ ਔਰੰਗਜ਼ੇਬ ਦੀ ਕਹਾਣੀ, ਉਸ ਦੀ ਆਪਣੀ ਜਵਾਨੀ। ਇੱਥੇ ਇਹ ਯਾਦ ਕਰਾਉਣਾ ਉਚਿਤ ਹੈ ਕਿ ਉਸ ਦੀ ਆਪਣੀ ਜਵਾਨੀ ਦਾ ਮਤਲਬ ਇਹ ਨਹੀਂ ਕਿ ਉਹਦੀ ਸਵੈ ਜੀਵਨੀ ਹੈ ਜਾਂ ਉਸਨੇ ਆਪ ਲਿਖੀ ਹੈ। ਲਿਖਿਆ ਸਾਰਾ ਵਿਸਥਾਰ ਜਿਹੜਾ ਹੈ ਸਰਦਾਰ ਗੁਰਦੀਪ ਸਿੰਘ ਜੀ ਨੇ, ਤੇ ਸਿਰਫ ਉਸ ਦਾ ਜਿਹੜਾ ਹੈ ਐਡਰੈਸ ਕਰਨ ਦਾ ਜਿਹੜਾ ਤਰੀਕਾ ਹੈ ਉਹ ਬਜਾਏ ਇਹਦੇ ਕਿ ਕਹਿੰਦਾ ਕਿ ਔਰੰਗਜ਼ੇਬ ਨੇ ਇਸ ਤਰ੍ਹਾਂ ਕੀਤਾ, ਲੇਖ ਉਸ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਮੈਂ ਇਸ ਤਰ੍ਹਾਂ ਕੀਤਾ। ਸੋ ਸਰਦਾਰ ਗੁਰਦੀਪ ਸਿੰਘ ਜੀ ਜਿਹੜਾ ਲੇਖ ਹੈ ਇਸ ਕੋਟੇਸ਼ਨ ਦੇ ਨਾਲ ਸ਼ੁਰੂ ਕਰਦੇ ਨੇ
ਜਿਹਦੇ ਵਿੱਚ ਲਿਖਿਆ ਹੈ, ਪਿਛਲੀ ਉਮਰੇ ਬੁਢਾਪੇ ਦੀ ਕਮਜ਼ੋਰੀ ਨੇ ਢਾਹ ਲਿਆ ਹੈ, ਮੇਰੇ ਅੰਗ ਤੇ ਨੈਣ ਸ਼ਕਤੀਹੀਣ ਹੋ ਗਏ ਨੇ, ਮੈਂ ਇਕੱਲਾ ਆਇਆ ਸੀ ਤੇ ਇਕੱਲਾ ਹੀ ਜਾ ਰਿਹਾ ਹਾਂ। ਮੈਂ ਆਪਣੇ ਰਾਜ ਦੇ ਵਿੱਚ ਚੰਗੀ ਹਕੂਮਤ ਨਹੀਂ ਕਰ ਸਕਿਆ ਤੇ ਨਾ ਹੀ ਲੋਕਾਂ ਦਾ ਪਿਆਰ ਜਿੱਤ ਸਕਿਆ ਹਾਂ। ਮੈਂ ਦੁਨੀਆ ਵਿੱਚ ਖਾਲੀ ਹੱਥ ਆਇਆ ਸੀ, ਪਰ ਜਾਂਦੀ ਵਾਰੀ ਪਾਪਾਂ ਦਾ ਭਾਰ ਲੈ ਕੇ ਜਾ ਰਿਹਾ ਹਾਂ। ਪਤਾ ਨਹੀਂ ਇਹਨਾਂ ਗੁਨਾਹਾਂ ਦੀ ਮੈਨੂੰ ਕਿਤਨੀ ਸਜ਼ਾ ਮਿਲੇਗੀ। ਅੰਤ ਸਮੇਂ ਅਪਰੋਤਕ ਚਿੱਠੀ ਮੈਂ ਆਪਣੇ ਪੁੱਤਰ ਨੂੰ ਲਿਖੀ, ਭਾਵ ਕਿ ਔਰੰਗਜ਼ੇਬ ਨੇ ਇਹ ਚਿੱਠੀ, ਜਿਹੜੀ ਆਖਰੀ ਚਿੱਠੀ ਆਪਣੇ ਪੁੱਤਰ ਨੂੰ ਲਿਖੀ, ਉਹਦੇ ਵਿੱਚੋਂ ਇਹ ਜਿਹੜਾ ਹੈ ਲੇਖਕ ਨੇ ਇਹੋ ਕੋਟੇਸ਼ਨ ਸਾਡੇ ਸਾਹਮਣੇ ਰੱਖਿਆ ਹੈ। ਤੇ ਬਾਕੀ ਦਾ ਸਾਰਾ ਲੇਖ ਜਿਹੜਾ ਹੈ ਉਹਦੀ ਆਪਣੀ ਜ਼ੁਬਾਨੀ, ਭਾਵ ਕਿ ਉਹ ਆਪ ਬੋਲ ਰਿਹਾ ਹੋਵੇ, ਇਸ ਤਰ੍ਹਾਂ ਲਿਖਿਆ ਹੈ। ਮੈਂ ਸ਼ਾਹ ਜਹਾਨ ਦਾ ਤੀਜਾ ਪੁੱਤਰ ਸੀ। ਮੇਰਾ ਜਨਮ ਅਰਜੰਦ ਬਾਨੂ, ਜਿਸ ਨੂੰ ਮੁਮਤਾਜ਼ ਬੇਗਮ ਵੀ ਕਿਹਾ ਜਾਂਦਾ ਹੈ, ਉਸ ਦੇ ਉਦਰ ਤੋਂ 3 ਨਵੰਬਰ 1618 ਈਸਵੀ ਨੂੰ ਦੋਹਦ, ਜ਼ਿਲ੍ਹਾ ਪਾਂਚ ਮਹਾਲ, ਬੰਬਈ ਦੇ ਨਜ਼ਦੀਕ ਹੋਇਆ ਸੀ। ਮੇਰੇ 5 ਪੁੱਤਰ ਸੁਲਤਾਨ ਮੁਹੰਮਦ, ਬਹਾਦਰ ਸ਼ਾਹ, ਮੁਹੰਮਦ ਅਕਬਰ, ਕਾਮ ਬਖਸ਼ ਤੇ 4 ਪੁੱਤਰੀਆਂ ਜੇਬ ਨਿਸ਼ਾ, ਜੀਨਤ ਨਿਸ਼ਾ, ਬਦਰ ਨਿਸ਼ਾ ਤੇ ਮਿਹਰੂ ਨਿਸ਼ਾ ਸਨ। ਜਦੋਂ ਮੈਂ ਛੋਟਾ, ਭਾਵ ਕਿ ਬੱਚਾ ਹੀ ਸੀ, ਤਾਂ ਮੇਰਾ ਇੱਕ ਮਿੱਤਰ ਜੋ ਕਿ ਪੰਡਿਤ ਸੀ, ਮੈਨੂੰ ਗੱਲਾਂ ਵਿੱਚ ਉਸਨੇ ਕਿਹਾ, ਮੈਂ ਉਸਨੂੰ ਗੱਲਾਂ ਦੇ ਵਿੱਚ ਇੱਕ ਦਿਨ ਉਸਨੂੰ ਕਿਹਾ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਾਂਗਾ ਤੇ ਤੁਹਾਡੇ ਉੱਤੇ ਰਾਜ ਕਰਾਂਗਾ। ਅੱਗੋਂ ਪੰਡਿਤ ਨੇ ਮੈਨੂੰ ਤੰਜ ਕਰਦੇ ਹੋਏ ਕਿਹਾ ਸੀ ਕਿ ਤੂੰ ਆਪਣੇ ਵੱਡੇ ਭਰਾਵਾਂ ਨਾਲੋਂ ਛੋਟਾ ਹੈ, ਇਸ ਲਈ ਤੂੰ ਬਾਦਸ਼ਾਹ ਨਹੀਂ ਬਣ ਸਕਦਾ। ਇਹੀ ਤਨਜ ਮੈਨੂੰ ਬਾਦਸ਼ਾਹ ਬਣਾਉਣ ਦੇ ਵਿੱਚ ਕਾਮਯਾਬ ਹੋਈ। ਸੰਨ 1635 ਦੇ ਵਿੱਚ ਪਿਤਾ ਸ਼ਾਹਜਹਾਂ ਨੇ ਮੈਨੂੰ 10,000 ਮਨਸਬਦਾਰ ਬਣਾ ਦਿੱਤਾ। ਸੰਨ 1636 ਤੋਂ 1644 ਤੱਕ ਦੱਖਣ ਦਾ ਸੂਬੇਦਾਰ ਰਿਹਾ। ਸੰਨ 1645 ਵਿੱਚ ਗੁਜਰਾਤ ਦਾ ਸੂਬੇਦਾਰ ਬਣਾ ਦਿੱਤਾ ਗਿਆ ਤੇ ਕੁਝ ਸਾਲਾਂ ਬਾਅਦ ਮੈਨੂੰ ਦੁਬਾਰਾ ਦੱਖਣ ਦਾ ਸੂਬੇਦਾਰ ਬਣਾ ਦਿੱਤਾ ਗਿਆ। ਜਦ ਮੈਂ ਤਕਰੀਬਨ 40 ਸਾਲ ਦਾ, ਭਾਵ ਕਿ ਜੂਨ 1658 ਈਸਵੀ ਨੂੰ ਹੋਣ ਵਾਲਾ ਸੀ, ਤਾਂ ਮੈਂ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਲਿਆ ਤੇ 21 ਜੁਲਾਈ 1658 ਈਸਵੀ ਨੂੰ ਦਿੱਲੀ ਦੇ ਤਖਤ ਤੇ ਬੈਠਾ। ਮੇਰਾ ਛੋਟਾ ਭਾਈ ਮੁਰਾਦ, ਜੋ ਤਖਤ ਦਾ ਅਭਿਲਾਸ਼ੀ ਸੀ, ਉਸ ਨੂੰ ਪਹਿਲਾਂ ਮੈਂ ਇਹ ਸਮਝਾਇਆ ਕਿ ਮੈਂ ਤਖਤ ਦਾ ਅਭਿਲਾਸ਼ੀ ਨਹੀਂ ਹਾਂ, ਭਾਵ ਕਿ ਮੈਂ ਬਾਦਸ਼ਾਹ ਨਹੀਂ ਚਾਹੁੰਦਾ, ਕੇਵਲ ਕਾਫਰਦਾਰਾਂ ਨੂੰ ਬਾਦਸ਼ਾਹ ਨਹੀਂ ਦੇਖਣਾ ਪਸੰਦ ਕਰਦਾ। ਇਸ ਲਈ ਮੈਂ ਤੇਰੀ ਸਹਾਇਤਾ ਦੇ ਨਾਲ ਦਾਰਾ ਨੂੰ ਮਾਰ ਕੇ ਤਾਜ ਤੇਰੇ ਸਿਰ ਤੇ ਰੱਖ ਕੇ ਆਪ ਮੱਕੇ ਨੂੰ ਚਲਾ ਜਾਵਾਂਗਾ। ਮੁਰਾਦ ਮੇਰੇ ਦੰਭੀ ਦਾ ਪੇਚ ਦੇ ਵਿੱਚ ਫਸ ਗਿਆ ਤੇ ਮੇਰੇ ਨਾਲ ਮਿਲ ਕੇ ਆਗਰੇ ਪਾਸ ਫਤਿਹਾਬਾਦ ਦੇ ਮੁਕਾਮ ਤੇ ਦਾਰਾ ਨੂੰ ਹਾਰ ਦਾ ਕਾਰਨ ਬਣਿਆ। ਰਾਜ ਦੇ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਦਾਰਾ ਸ਼ਿਕੋਹ ਨੂੰ ਮੈਂ ਬੁਰੇ ਢੰਗ ਦੇ ਨਾਲ ਮਰਵਾਇਆ। ਫਟੇ ਪੁਰਾਣੇ ਮੰਗਤਿਆਂ ਵਾਲੇ ਕੱਪੜੇ ਪਹਿਨਾ ਕੇ ਸਾਰੇ ਸ਼ਹਿਰ ਦੇ ਵਿੱਚ ਉਸ ਦਾ ਹਾਥੀ ਉੱਤੇ ਜਲੂਸ ਕੱਢਿਆ। 1 ਸਤੰਬਰ 1659 ਨੂੰ ਮੈਂ ਉਸ ਨੂੰ ਕਤਲ ਕਰਵਾਇਆ ਤੇ ਈਦ ਦੇ ਪਵਿੱਤਰ ਦਿਨ ਦਾਰਾ ਸ਼ਿਕੋਹ ਦਾ ਸਿਰ ਤੋਹਫੇ ਵਜੋਂ ਆਪਣੇ ਪਿਤਾ ਨੂੰ ਪੇਸ਼ ਕੀਤਾ। ਬਾਅਦ ਦੇ ਵਿੱਚ ਮੁਰਾਦ ਨੂੰ ਵੀ ਗਵਾਲੀਅਰ ਦੇ ਕਿਲੇ ਦੇ ਵਿੱਚ ਸ਼ਰਾਬੀ ਬਣਾ ਕੇ ਕੈਦ ਕਰ ਦਿੱਤਾ ਅਤੇ 3 ਸਾਲ ਬਾਅਦ ਉਸ ਉੱਪਰ ਸਈਅਦ ਦੇ ਕਤਲ ਦਾ ਅਪਰਾਧ ਪਵਾ ਕੇ ਉਸ ਨੂੰ ਵੀ ਕਤਲ ਕਰਵਾ ਦਿੱਤਾ। ਇਸ ਤਰ੍ਹਾਂ ਪਰਿਵਾਰ ਨੂੰ ਕੈਦ ਅਥਵਾ ਕਤਲ ਕਰਕੇ ਮੈਂ ਆਲਮਗੀਰ ਦਾ ਖਿਤਾਬ ਧਾਰਨ ਕੀਤਾ। ਮੇਰੀ ਇੱਛਾ ਸੀ ਕਿ ਮੈਂ ਹਿੰਦੁਸਤਾਨ ਦੇ ਸਾਰੇ ਪੰਡਤਾਂ ਤੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਉਹਨਾਂ ਤੇ ਰਾਜ ਕਰਾਂ। ਮੈਂ ਇਸ ਤਰ੍ਹਾਂ ਹੀ ਕੀਤਾ। ਬਹੁਤ ਸਾਰੇ ਪੰਡਤਾਂ ਨੇ ਜੰਝੂ ਉਤਰਵਾ ਕੇ ਹਿੰਦੂਆਂ ਨੂੰ ਤੰਗ ਕਰਕੇ ਮੈਂ ਆਪਣੇ ਦੀਨੀ ਭਾਈਆਂ ਤੋਂ ਮੋਹੀ-ਊ-ਦੀਨ ਦੀ ਪਦਵੀ ਪ੍ਰਾਪਤ ਕਰ ਲਈ। ਮੈਂ ਸੂਫੀ ਤੇ ਸ਼ੀਆ ਮੁਸਲਮਾਨਾਂ ਤੇ ਬਹੁਤ ਕਹਿਰ ਕੀਤੇ
ਮੈਂ ਸੁੰਨੀ ਮੁਸਲਮਾਨ ਸੀ। ਸੂਫੀ ਫਕੀਰ ਸਰਮਦ ਨੂੰ ਵੀ ਮੈਂ ਕਤਲ ਕਰਵਾ ਦਿੱਤਾ। ਮੇਰੇ ਐਸੇ ਕੰਮਾਂ ਕਰਕੇ ਸਾਰੀ ਇਸਲਾਮੀ ਦੁਨੀਆ ਮੇਰੇ ਨਾਲ ਬਹੁਤ ਨਾਰਾਜ਼ ਹੋ ਗਈ। ਫਰਾਂਸ ਦਾ ਹੁਕਮਰਾਨ ਸ਼ਾਹ ਅਬਾਸ ਹਿੰਦੁਸਤਾਨ ਉੱਤੇ ਹਮਲਾ ਕਰਨ ਦੀਆਂ ਧਮਕੀਆਂ ਦੇਣ ਲੱਗਾ। ਮੁਸਲਮਾਨਾਂ ਦਾ ਵਿਰੋਧ ਖਤਮ ਕਰਨ ਲਈ ਮੈਂ ਕਾਬਾ ਸ਼ਰੀਫ ਮੱਕਾ ਦੇ ਵੱਡੇ ਮੁਫਤੀ ਦਾ ਆਸਰਾ ਲਿਆ। ਮੁਫਤੀ ਵੱਲ ਲੱਖਾਂ ਰੁਪਏ ਨਜਰਾਨੇ ਵਜੋਂ ਬਹੁਮੁੱਲੇ ਤੋਹਫੇ ਦੇ ਕੇ ਆਪਣਾ ਸਫੀਰ ਮੱਕੇ ਭੇਜਿਆ, ਪਰ ਕਾਬਾ ਸ਼ਰੀਫ ਦੇ ਵੱਡੇ ਮੁਫਤੀ ਨੇ ਮੇਰੇ ਭੇਜੇ ਹੋਏ ਸ਼ਰੀਫ ਦੇ ਮੱਥੇ ਲੱਗਣਾ ਵੀ ਠੀਕ ਨਾ ਸਮਝਿਆ ਤੇ ਨਾ ਹੀ ਮੇਰਾ ਭੇਜਿਆ ਨਜਰਾਨਾ ਤੇ ਤੋਹਫੇ ਪ੍ਰਵਾਨ ਕੀਤੇ। ਹੁਣ ਮੈਨੂੰ ਬਹੁਤ ਫਿਕਰ ਹੋਇਆ ਤੇ ਮੈਂ ਮਨ ਵਿੱਚ ਸੋਚ ਕੇ ਫੈਸਲਾ ਕੀਤਾ ਕਿ ਮੈਨੂੰ ਹੁਣ ਸਿੱਧ ਕਰਨਾ ਪਵੇਗਾ ਕਿ ਮੈਂ ਇਸਲਾਮ ਦਾ ਸਭ ਤੋਂ ਵੱਡਾ ਸੱਚਾ ਖਿਦਮਤਗਾਰ ਹਾਂ। ਮੈਂ ਸਖਤੀ ਕਰਕੇ ਇੱਥੋਂ ਦੇ ਹਿੰਦੂਆਂ ਨੂੰ ਮੁਸਲਮਾਨ ਬਣਾਵਾਂਗਾ। ਸੋ ਮੈਂ ਹਿੰਦੂਆਂ ਉੱਤੇ ਦੁਬਾਰਾ ਜਜੀਆ ਲਗਾ ਦਿੱਤਾ। ਦੀਵਾਲੀ, ਹੋਲੀ ਆਦਿ ਤਿਉਹਾਰ ਮਨਾਉਣ ਦੀ ਮਨਾਹੀ ਕਰ ਦਿੱਤੀ ਤੇ ਹਿੰਦੁਸਤਾਨ ਦੇ ਕਈ ਮੰਦਰ ਢਾਉਣ ਦੇ ਹੁਕਮ ਦੇ ਦਿੱਤੇ। ਗੁਜਰਾਤ ਦੇ ਪ੍ਰਸਿੱਧ ਮੰਦਰ ਕੇਸ਼ਵ ਨੂੰ ਢਾਹ ਕੇ ਉੱਥੇ ਮਸਜਿਦ ਉਸਾਰੀ ਗਈ। ਬਨਾਰਸ ਦਾ ਗੋਪੀਨਾਥ ਮੰਦਰ ਤੇ ਅਯੁੱਧਿਆ ਦਾ ਮੰਦਰ ਵੀ ਮੈਂ ਢਾਹ ਦਿੱਤਾ। ਮੰਦਰਾਂ ਵਿੱਚੋਂ ਅਖਾੜ ਕੇ ਲਿਆਂਦੇ ਬੁੱਤ ਆਗਰੇ ਦੇ ਮਸਜਿਦ ਦੀਆਂ ਪੌੜੀਆਂ ਥੱਲੇ ਦੱਬੇ ਗਏ ਤਾਂ ਕਿ ਮਸਜਿਦ ਵਿੱਚ ਆਉਂਦੇ ਜਾਂਦੇ ਨਵਾਜੀ ਉਹਨਾਂ ਨੂੰ ਬੁੱਤਾਂ ਨੂੰ, ਧਾਰਮਿਕ ਮੂਰਤੀਆਂ ਨੂੰ ਪੈਰਾਂ ਥੱਲੇ ਲਤਾੜ ਕੇ ਉਹਨਾਂ ਦੀ ਬੇਅਦਬੀ ਕਰ ਸਕਣ। ਔਰੰਗਜ਼ੇਬ ਵੱਲੋਂ ਲਿਖਿਆ ਇਹ ਲੇਖ, ਉਹਦੇ ਸਵੈ ਜੀਵਨੀ ਦੇ ਵਿੱਚ ਲੇਖਕ ਅੱਗੇ ਲਿਖਦਾ ਹੈ ਕਿ ਮੈਂ ਰਾਗ ਵਿਦਿਆ ਦਾ ਪੱਕਾ ਬੈਰੀ ਸੀ। ਇੱਕ ਵਾਰ ਜਜੀਆ ਮਾਫ਼ ਕਰਾਉਣ ਵਾਸਤੇ ਹਜ਼ਾਰਾਂ ਹਿੰਦੂ ਦਿੱਲੀ ਇਕੱਠੇ ਹੋਏ। ਫਰਿਆਦ ਸੁਣਨ ਦੀ ਥਾਂ ਮੈਂ ਉਹਨਾਂ ਉੱਤੇ ਮਸਤ ਹਾਥੀ ਛੁਡਵਾ ਦਿੱਤੇ। ਕਈ ਫਰਿਆਦੀ ਹਾਥੀਆਂ ਦੇ ਪੈਰਾਂ ਹੇਠ ਕੁਚਲ ਕੇ ਮਰ ਗਏ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ ਨੂੰ ਮੈਂ ਤੇਜ਼ ਕਰ ਦਿੱਤਾ। ਇਸ ਮੰਤਵ ਦੀ ਪੂਰਤੀ ਲਈ ਮੈਂ ਕਾਜ਼ੀਆਂ ਅਤੇ ਮੁਲਾਣਿਆਂ ਨੂੰ ਖੁੱਲ੍ਹੇ ਅਖਤਿਆਰ ਦੇ ਦਿੱਤੇ। ਕਸ਼ਮੀਰ ਦੇ ਵਿਦਵਾਨ ਪੰਡਤਾਂ ਦੀ ਗਿਣਤੀ ਵਧੇਰੇ ਸੀ। ਮੈਂ ਸੋਚਿਆ ਜੇ ਇਹ ਵਿਦਵਾਨ ਤਬਕਾ ਮੁਸਲਮਾਨ ਬਣਾ ਲਿਆ ਜਾਵੇ ਤਾਂ ਇਹ ਇਸਲਾਮ ਦੇ ਵੱਡੇ ਪ੍ਰਚਾਰਕ ਸਿੱਧ ਹੋਣਗੇ। ਇਹ ਸੋਚ ਕੇ ਮੈਂ ਬੜੇ ਸਖਤ ਤੇ ਨਿਰਦਈ ਸ਼ੇਰ ਅਫਗਾਨ ਖਾਨ ਨੂੰ ਕਸ਼ਮੀਰ ਦਾ ਹਾਕਮ ਥਾਪ ਦਿੱਤਾ। ਸ਼ੇਰ ਅਫਗਾਨ ਖਾਨੇ ਦੇ ਜ਼ੁਲਮ ਨੂੰ ਕਸ਼ਮੀਰੀ ਪੰਡਤ ਸਹਿ ਨਾ ਸਕੇ। ਉਹ ਨਿਤਾਣੇ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਚਲੇ ਗਏ ਤੇ ਆਪਣਾ ਦੁੱਖ ਦੱਸ ਕੇ ਮਦਦ ਮੰਗੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਕਿਹਾ ਕਿ ਆਪਣੇ ਹਾਕਮ ਨੂੰ ਕਹਿ ਦੇਵੋ ਕਿ ਜੇ ਹਿੰਦ ਦੇ ਪੀਰ ਨੂੰ ਸਰਕਾਰ ਮੁਸਲਮਾਨ ਕਰ ਲਵੇ ਤਾਂ ਸਾਰੇ ਭਾਰਤ ਦੇ ਹਿੰਦੂ ਮੁਸਲਮਾਨ ਹੋ ਜਾਣਗੇ, ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਨਾ ਬਣਾਏ ਜਾ ਸਕਣ ਤਾਂ ਨਿਮਾਣੀ ਪ੍ਰਜਾ ਉੱਤੇ ਜ਼ੁਲਮ ਨਾ ਕੀਤਾ ਜਾਵੇ। ਇਸ ਤੇ ਮੈਂ ਆਪਣੇ ਹਾਕਮ ਨੂੰ ਕਹਿ ਭੇਜਿਆ ਕਿ ਹਿੰਦ ਦੇ ਪੀਰ ਨੂੰ ਸਮਝਾ ਕੇ ਲਾਲਚ ਦੇ ਕੇ ਇਸਲਾਮ ਦੇ ਵਿੱਚ ਉੱਚੀ ਪਦਵੀ ਦਾ ਵਾਅਦਾ ਕਰਕੇ ਮੁਸਲਮਾਨ ਬਣਾ ਲਿਆ ਜਾਵੇ। ਜੇ ਨਾ ਮੰਨਣ ਤਾਂ ਜਿੰਨੀ ਮਰਜ਼ੀ ਸਖਤੀ ਕੀਤੀ ਜਾਵੇ। ਕੁਝ ਸਮੇਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਕਰਨ ਦੇ ਹੁਕਮ ਦੇ ਦਿੱਤੇ ਗਏ। ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲਾਲਚ ਦੇਣ ਤੋਂ ਬਾਅਦ ਡਰਾਉਣ ਦੀ ਖਾਤਰ ਉਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਭਾਈ ਮਤੀ ਦਾਸ ਜੀ ਨੂੰ ਪਹਿਲਾਂ ਧਰਮ ਛੱਡਣ ਤੋਂ ਨਾ ਕਰਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਆਰੇ ਦੇ ਨਾਲ ਚੀਰ ਕੇ 2 ਫਾੜ ਕੀਤਾ ਗਿਆ। ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਜ਼ੁਲਮ ਨੂੰ ਹੋਰ ਵਧਾਉਂਦਿਆਂ ਫਿਰ ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਜਿਉਂਦਾ ਹੀ ਸਾੜ ਦਿੱਤਾ ਗਿਆ। ਉਹਨਾਂ ਸਭ ਬੇਕਸੂਰਾਂ ਨੂੰ ਜੋ ਧਰਮ ਛੱਡਣ ਨੂੰ ਤਿਆਰ ਨਾ ਹੋਏ, ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਤਾਂ ਕਿ ਉਹ ਡਰ ਕੇ ਇਸਲਾਮ ਕਬੂਲ ਕਰ ਲੈਣ, ਉਪਰੰਤ ਕਰਾਮਾਤ ਨਾ ਦਿਖਾਉਣ ਤੇ ਇਸਲਾਮ ਕਬੂਲ ਕਰਨ ਤੋਂ ਨਾ ਕਰਨ ਤੇ 11 ਨਵੰਬਰ ਸਨ 1675 ਨੂੰ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਜਲਾਲ ਉਦੀਨ ਸਮਾਣੇ ਵਾਲੇ ਜਲਾਦ ਨੇ ਤਲਵਾਰ ਦੇ ਨਾਲ ਉਹਨਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਮੇਰੇ ਇਸ਼ਾਰੇ ਤੇ ਝੂਠੀਆਂ ਕਸਮਾਂ ਖਾ ਕੇ ਉਹਨਾਂ ਨੇ
ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਵਾਇਆ। ਉਸ ਨਾਲ ਵਿਸ਼ਵਾਸਘਾਤ ਕਰਕੇ ਚਮਕੌਰ ਦੀ ਜੰਗ ਕੀਤੀ। ਦੋ ਵੱਡੇ ਸਾਹਿਬਜ਼ਾਦੇ ਜੰਗ ਦੇ ਵਿੱਚ ਪਾਰ ਕਰ ਦਿੱਤੇ, ਭਾਵ ਕਿ ਸ਼ਹੀਦ ਕਰ ਦਿੱਤੇ, ਤੇ ਦੂਸਰੇ ਦੋਹਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਤੇ ਉਸ ਦੇ ਨਾਲ ਦੇ ਕਈ ਸਾਥੀ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਅਖੀਰ ਸਮੇਂ ਮੈਨੂੰ ਹੁਣ ਇਹ ਅਹਿਸਾਸ ਹੋ ਗਿਆ ਹੈ ਕਿ ਜੋ ਜ਼ੁਲਮ ਮੈਂ ਆਪਣੀ ਪਰਜਾ ਤੇ ਕੀਤੇ ਨੇ ਉਹਨਾਂ ਦਾ ਹਿਸਾਬ ਚੁਕਾਉਣਾ ਹੀ ਪਵੇਗਾ। ਸੋ ਮੈਂ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ ਹੈ। ਨਾ ਕੁਰਾਨ ਦੀਆਂ ਆਇਤਾਂ ਹੱਥੀਂ ਲਿਖ ਕੇ ਤੇ ਟੋਪੀਆਂ ਹੱਥੀਂ ਬਣਾ ਕੇ ਆਪਣਾ ਗੁਜ਼ਾਰਾ ਕਰਨ ਲੱਗ ਪਿਆ ਹਾਂ। ਮੈਂ ਆਪਣੇ ਪੁੱਤਰਾਂ ਨੂੰ ਵੀ ਇਸ ਸੰਬੰਧੀ ਚਿੱਠੀ ਲਿਖੀ। ਸਟੋਰੀਆ ਡੋਮੋ ਜਲਦ 3 ਹਿੱਸਾ 2 सफ़ा 5 ਤੋਂ ਲਿਖੇ अनुसार औरंगजेब की तरफ में बहुत से ऐसे अहकामात भी दिए गए जिससे मेरी अपनी मतलब बरारी होती थी। मसलन लोगों को यह कहा गया कि बेशक कस्में खा लो और इस तरह से गिरदो नवाह के सल्तनतों में बगावत की आग भड़का कर लोगों को अपनी तरफ मिला लो और जब काम निकल जाए तो 10 फुकरा को खाना खिला दो और कुरान की हजारों कस्में खाकर भी तुमने जो वादे क्यों ना किए थे तुम उनसे बरी हो जाओगे। सो बेसिकली उन्हों का ये ख्याल सी ਜਾਂ ਉਹਨਾਂ ਨੇ ਐਸਾ ਪ੍ਰਚਾਰ ਕੀਤਾ ਕਿ 10 ਬੰਦਿਆਂ ਨੂੰ ਖਾਣਾ ਖਿਲਾਉਣ ਦੇ ਨਾਲ ਅੱਲਾ ਤੋਂ ਦੀਆਂ ਜਿਹੜੀਆਂ ਝੂਠੀਆਂ ਕਸਮਾਂ ਜਿਹੜੀਆਂ ਉਹਨਾਂ ਤੋਂ ਵੀ ਜਿਹੜੀ ਹੈ ਖਲਾਸੀ ਹੋ ਜਾਂਦੀ ਆ। ਐਸਾ ਪ੍ਰਚਾਰ ਉਸ ਨੂੰ ਕੀਤਾ ਗਿਆ। ਸਟੋਰੀਆ ਡੋਮੋ ਸਫਾ 320 ਅਨੁਸਾਰ ਗੋਲਕੰਡਾ ਦੇ ਬਾਦਸ਼ਾਹ ਨੇ औरंगजेब की चढ़ाई की खबर पाकर उसे पैगाम भेजा कि आप जंग ना करें। मैं अपने आप को हुजूर की दीगर हुकाम और सूबेदारों की तरह समझता हूँ और इसी हैसियत से गोलकंडा पर कब्जा रखना चाहता हूँ। ਇਹਦੇ जवाब में मैंने औरंगजेब ने उसे कहला भेजा कि आप फिक्र मत कीजिए, आपकी बादशाहत को कोई कुछ नहीं कहेगा। हम सिर्फ गुलबर्ग तक जाना चाहते हैं जहाँ औलिया लोगों की मज़ारों पर दुआ करने और मिन्नत मानने की ख्वाहिश है। शाह गोलकंडा ने इस अल्फाज को सच जानकर हमें 5 लाख रुपए मज़ार पर फुकरा को तकसीम करने के लिए भेजे, जिसे वसूल करके बजाय गुलबर्ग की तरफ कूच करने के सीधे गोलकंडा का रुख किया। सो देखो ऐसी ਜਿਹੜੀ ਹੈ ਧੋਖਾ ਇਹਦੇ ਵਿੱਚ ਜਿਹੜਾ ਇਸ ਕਿਤਾਬ ਦੇ ਵਿੱਚ ਜ਼ਿਕਰ ਆਉਂਦਾ ਕਿ ਕਿਸ ਤਰ੍ਹਾਂ ਗੋਲਕੰਡਾ ਦਾ ਜਿਹੜਾ ਬਾਦਸ਼ਾਹ ਉਹਨੂੰ ਪਹਿਲਾਂ ਇਹ ਕਹਿਤਾ ਵੀ ਤੈਨੂੰ ਅਸੀਂ ਕੁਛ ਨਹੀਂ ਕਹਿੰਦੇ, ਬਾਅਦ ਦੇ ਵਿੱਚ ਉਹ ਤੋਂ ਜਿਹੜੇ ਪੈਸੇ ਲੈ ਕੇ ਰੁਪਈਏ ਲੈ ਕੇ 5 ਲੱਖ ਜਿਹੜੇ ਉਹਨੇ ਇੱਕ ਕਿਸਮ ਦੇ ਭੇਜੇ ਸੀ, ਉਸ ਤੋਂ ਬਾਅਦ ਫਿਰ ਉਹਦੇ ਤੇ ਚੜ੍ਹਾਈ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਫਾਰਸੀ ਕਵਿਤਾ ਦੇ ਵਿੱਚ ਖਤ ਲਿਖਿਆ। ਇਸ ਖਤ ਵਿੱਚ ਉਸ ਨੇ ਮੈਨੂੰ ਫਟਕਾਰਾਂ ਪਾਈਆਂ, ਮੇਰੀਆਂ ਕਰਤੂਤਾਂ ਦਾ ਭਾਂਡਾ ਭੰਨਿਆ। ਜੋ ਮੈਂ ਇਸਲਾਮ ਦੇ ਨਾਮ ਤੇ ਪਰਜਾ ਤੇ ਇਹਨਾਂ ਦੇ ਉੱਤੇ ਜੋ ਤਸੀਹੇ ਦਿੱਤੇ ਤੇ ਜ਼ੁਲਮ ਕੀਤੇ ਉਹਦੇ ਬਾਬਤ ਮੈਨੂੰ ਫਟਕਾਰ ਪਾਈ। ਖਤ ਦੇ ਵਿੱਚ 5-6 ਦੇ ਵਿੱਚ ਔਰੰਗਜ਼ੇਬ ਦੇ ਅਰਥ ਰਾਜ ਸਿੰਘਾਸਨ ਦੀ ਸੋਭਾ ਦੱਸਦਿਆਂ ਲਿਖਿਆ ਹੈ ਕਿ ਤੈਨੂੰ ਇਹ ਨਾਮ ਸੋਭਾ ਨਹੀਂ ਦਿੰਦਾ। ਤੇਰੀ ਮਾਲਾ ਦੇ ਮਣਕੇ ਸ਼ਿਕਾਰ ਨੂੰ ਫਸਾਉਣ ਲਈ ਚੋਗਾ ਤੇ ਜਾਲ ਤੋਂ ਸਿਵਾ ਹੋਰ ਕੁਝ ਨਹੀਂ। ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਕਿਸੇ ਦੀ ਹਿੰਮਤ ਨਹੀਂ ਸੀ ਕਿ ਮੈਨੂੰ ਚੈਲੰਜ ਕਰ ਸਕੇ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਸਭ ਗੱਲਾਂ ਤੇ ਮੇਰੀਆਂ ਕਰਤੂਤਾਂ, ਜਿਨ੍ਹਾਂ ਨੂੰ ਮੈਂ ਆਪਣੀ ਕਾਮਯਾਬੀ ਸਮਝਦਾ ਸੀ, ਚਿੱਠੀ ਵਿੱਚ ਮੇਰੀ ਹਾਰ ਤੇ ਆਪਣੀ ਜਿੱਤ ਦਾ ਦਾਅਵਾ ਕੀਤਾ। ਉਹਨਾਂ ਦਾ ਇਹ ਖਤ ਪੜ੍ਹਨ ਤੋਂ ਬਾਅਦ ਮੈਂ ਹੇਠਾਂ ਹੀ ਜਾ ਰਿਹਾ ਹਾਂ। ਖਤ ਜਫਰਨਾਮਾ ਦੇ ਵਿੱਚ ਪਰਮਾਤਮਾ ਸੱਚਾ ਧਰਮ ਬਾਬਤ ਲਿਖਿਆ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਸੰਤ ਨੇ ਇਹ ਖਤ ਲਿਖਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਕਿ ਉਹਨਾਂ ਤਲਵਾਰ ਕਿਉਂ ਚੁੱਕੀ, ਕਿਉਂ ਕਾਰ ਅਜ ਹਮਹਿ ਹੀਲਤੇ ਦਰ ਗੁਜਸ਼ਤ ਹਲਾਲਸਤ
ਬੁਰਦਨ ਵਾ ਸ਼ਸ਼ਮੀਰ ਦਸਤ। ਜਦੋਂ ਨੀਤੀ ਯੁਕਤੀ ਦੇ ਸਾਰੇ ਹੀਲੇ ਚਾਰੇ ਅਸਫਲ ਹੋ ਜਾਣ ਤਾਂ ਤੇਗ ਦੀ ਵਰਤੋਂ ਜਾਇਜ਼ ਹੈ। ਇਉਂ ਇਹ ਖਤ ਸੰਤ ਸਿਪਾਹੀ ਦਾ ਜਾਪਦਾ ਹੈ, ਪਰ ਅੱਗੋਂ ਲਿਖਿਆ ਹੈ ਕਿ ਮੇਰੇ ਨਾਲ 40 ਸਿੰਘ ਸਨ, ਜਿਨ੍ਹਾਂ ਨੇ ਲੱਖਾਂ ਪਹਾੜੀ ਤੇ ਮੁਗਲ ਸੈਨਿਕਾਂ ਦੇ ਭੁੱਖੇ ਪਿਆਸੇ ਰਹਿ ਕੇ ਬਹਾਦਰੀ ਨਾਲ ਮੁਕਾਬਲਾ ਕੀਤਾ। ਸੋ ਇਸ ਤਰ੍ਹਾਂ ਜਾਪਦਾ ਹੈ ਕਿ ਖਤ ਲਿਖਣ ਵਾਲਾ ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ ਨਹੀਂ, ਸੰਤ ਜਰਨੈਲ ਹੈ। ਅੱਗੇ ਲਿਖਿਆ ਹੈ ਕਿ ਮੈਂ ਨਹੀਂ ਜਾਣਦਾ ਸੀ ਕਿ ਤੂੰ ਕਸਮਾਂ ਸੋਹਾਂ ਤੋੜਨ ਵਾਲਾ ਮਨੁੱਖ, ਮਾਇਆ ਧਾਰੀ ਤੇ ਬੇਈਮਾਨ ਹੈ। ਐ ਔਰੰਗਜ਼ੇਬ, ਨਾ ਤੂੰ ਧਰਮੀ ਹੈ ਤੇ ਨਾ ਹੀ ਦੀਨ ਦੇ ਨੇਮਾਂ ਨੂੰ ਜਾਣਦਾ ਹੈ, ਨਾ ਤੈਨੂੰ ਵਾਹਿਗੁਰੂ ਦੀ ਅੱਲਾ ਦੀ ਪਛਾਣ ਹੈ ਤੇ ਨਾ ਹੀ ਹਜ਼ਰਤ ਮੁਹੰਮਦ ਸਾਹਿਬ ਤੇ ਭਰੋਸਾ ਹੈ। ਜੇਕਰ ਇਕੱਲੇ ਆਦਮੀ ਤੇ ਲੱਖ ਆਦਮੀ ਵੀ ਹਮਲਾ ਕਰੇ ਤਾਂ ਵਾਹਿਗੁਰੂ ਆਪ ਉਸ ਦੀ ਰਖਵਾਲੀ ਕਰਦਾ ਹੈ। ਜੇ ਤੇਰੀ ਨਜ਼ਰ ਦੇ ਵਿੱਚ ਫੌਜ ਤੇ ਦੌਲਤ ਵੱਲ ਹੈ ਤਾਂ ਮੇਰਾ ਧਿਆਨ ਅਕਾਲ ਪੁਰਖ ਦੇ ਧੰਨਵਾਦ ਵੱਲ। ਜੇ ਵਾਹਿਗੁਰੂ ਮਿੱਤਰ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ, ਭਾਵੇਂ 100 ਗੁਣਾ ਬੈਰ ਕਮਾਵੇ। ਹਮੀਦ ਉਦੀਨ ਨੇ ਆਪਣੀ ਪੁਸਤਕ ਦੇ ਪੰਨਾ 183 ਤੇ ਕੁਝ ਕਾਗਜ਼ਾਂ ਦੇ ਟੁਕੜੇ ਔਰੰਗਜ਼ੇਬ ਦੇ ਸਿਰਹਾਣਿਓਂ ਮਿਲਣ ਦਾ ਹਵਾਲਾ ਦੇ ਕੇ ਲਿਖਿਆ ਹੈ, ਜਿਨ੍ਹਾਂ ਤੇ ਲਿਖਿਆ ਸੀ, ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ ਹਾਂ, ਪਰ ਅਫਸੋਸ ਹੈ ਕੋਈ ਭਲਾ ਕੰਮ ਨਹੀਂ ਕੀਤਾ। ਮੇਰੀ ਆਤਮਾ ਮੈਨੂੰ ਫਟਕਾਰ ਕੇ ਕਹਿ ਰਹੀ ਹੈ ਕਿ ਮੈਂ ਗੁਨਾਹਗਾਰ ਹਾਂ। ਤੇ ਅੱਗੇ ਉਹਨਾਂ ਕਾਗਜ਼ ਦੇ ਟੁਕੜਿਆਂ ਵਿੱਚ ਲਿਖਿਆ ਸੀ, ਮੇਰੀ ਕਬਰ ਦੇ ਨੇੜੇ ਤੇੜੇ ਕੋਈ ਦਰਖਤ ਨਾ ਲਾਉਣਾ। ਮੇਰੇ ਜੈਸੇ ਪਾਪੀ ਨੂੰ ਕੋਈ ਹੱਕ ਨਹੀਂ ਕਿ ਉਸ ਦੀ ਲਾਸ਼ ਨੂੰ ਦਰਖਤ ਦੀ ਛਾਂ ਆਵੇ। ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਬਾਦਸ਼ਾਹ ਦੁਨੀਆ ਦਾ ਸਭ ਤੋਂ ਵੱਧ ਵਕਤ ਮਨੁੱਖ ਹੁੰਦਾ ਹੈ। ਮੇਰੀ ਜ਼ਿੰਦਗੀ ਅਜਾਈ ਗਈ। ਸੋ ਇਹ ਸੀ ਲੇਖ ਜਿਹੜਾ ਕਿ ਔਰੰਗਜ਼ੇਬ ਦੀ ਕਹਾਣੀ, ਉਹਦੀ ਆਪਣੀ ਜਵਾਨੀ ਇਸ ਲੇਖਕ ਨੇ ਸਰਦਾਰ ਗੁਰਦੀਪ ਸਿੰਘ ਜੀ ਨੇ ਸਾਡੇ ਲਈ ਲਿਖੀ, ਤੇ ਜਿਹਦੇ ਵਿੱਚ ਬਹੁਤ ਹੀ ਜਾਣਕਾਰੀ ਮਿਲਦੀ ਹੈ ਕਿ ਉਸਨੇ ਕਿਸ ਤਰ੍ਹਾਂ ਆਪਣੇ ਭਰਾਵਾਂ ਤੇ ਆਪਣੇ ਪੁੱਤਰਾਂ ਤੇ ਵੀ ਜਿਹੜੇ ਜ਼ੁਲਮ ਕੀਤੇ ਨੇ, ਆਪਣੇ ਜਿਹੜਾ ਪਰਿਵਾਰ ਨੂੰ ਨਹੀਂ ਜਿਸਨੇ ਛੱਡਿਆ, ਤੇ ਹੋਰ ਕੋਈ ਉਹਦਾ ਕੀ ਸਕਾ ਹੋ ਸਕਦਾ ਸੀ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਨੇ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਵੰਦਿਆ
तेरा कोई ना बेली राम, तेरा कोई ना बेली राम, पाप कमाव दिया, तेरा कोई ना बेली राम, पाप कमाव दिया, तेरा कोई ना बेली राम। कोई न बेली होए तेरा सदा पछोतावे, कोई न बेली होए तेरा सदा पछोतावे, गुण गोपाल न जपे रसना, फिर कदों से दे आवे, फिर कदों से दे आवे, तेरा कोई ना बेली राम, तेरा कोई ना बेली राम, पाप कमाव दिया, तेरा कोई ना बेली राम, पाप कमाव दिया, तेरा कोई ना बेली राम, तेरा कोई ना बेली राम, तेरा कोई ना बेली राम, पाप कमाव दिया, तेरा कोई ना बेली राम, पाप कमाव दिया, तेरा कोई ना बेली राम। तारवर बिछूने में पात जुड़ते, जममग गौन अकेली, तारवर बिछूने में पात जुड़ते, जममग गौन अकेली, बिनवंत नानक बिन नाम हर के, सदा फिरत दुहेली, सदा फिरत दुहेली, तेरा कोई ना बेली राम, तेरा कोई ना बेली राम, पाप कमाव दिया, तेरा कोई ना बेली राम, पाप कमाव दिया, तेरा कोई ना बेली राम, तेरा कोई ना बेली
ਹਾਂਜੀ, ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ, ਜਿਸ ਨੂੰ ਗਾਇਨ ਕੀਤਾ ਸੀ ਸੰਤ ਅਨੂਪ ਸਿੰਘ ਜੀ। ਤੇ ਅਸੀਂ ਇਹ ਦੇਖੋ, ਸਾਨੂੰ ਸਤਿਗੁਰੂ ਜੀ ਦੀ ਬਾਣੀ ਨੇ ਦੱਸਿਆ ਹੈ ਕਿ ਪਾਪ ਕਰਦਿਆਂ ਕੋਈ ਬੇਲੀ ਨਹੀਂ ਸਾਡਾ। ਜਿਹੜੇ ਪਾਪ ਅਸੀਂ ਖੁਦ ਕੀਤੇ ਨੇ, ਪਰਸਨਲੀ ਅਸੀਂ ਰਿਸਪੌਂਸੀਬਲ ਹਾਂ ਉਹਦੇ ਲਈ, ਤੇ ਉਹ ਸਾਡੇ ਨਾਲ ਜਾਂਦੇ ਨੇ, ਭਾਵੇਂ ਅਸੀਂ ਉਹ ਆਪਣੇ ਖੁਦ ਲਈ ਕੀਤੇ ਹੋਣ, ਭਾਵੇਂ ਅਸੀਂ ਆਪਣੇ ਪਰਿਵਾਰ ਲਈ ਕੀਤੇ ਹੋਣ, ਭਾਵੇਂ ਦੇਸ਼ ਲਈ ਕੀਤੇ ਹੋਣ, ਜਾਂ ਕਿਸੇ ਵੀ ਕੰਮ ਲਈ ਕੀਤੇ ਹੋਣ। ਪਾਪ ਜਿਹੜੇ ਅਸੀਂ ਕੀਤੇ ਨੇ, ਸਾਨੂੰ ਹੀ ਉਹਨਾਂ ਦਾ ਫਲ ਭੁਗਤਣਾ ਹੈ, ਪਰਿਵਾਰ ਨੇ ਨਹੀਂ ਫਲ ਭੋਗਣਾ ਉਸਦਾ। ਤੇ ਜਿਹੜਾ ਵੀ ਅਸੀਂ ਕਰਦੇ ਹਾਂ, ਸਾਨੂੰ ਇਹ ਚੀਜ਼ ਖਿਆਲ ਕਰ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਸਾਨੂੰ ਕੀ ਸੇਧ ਦਿੰਦੀ ਹੈ। ਤੇ ਗੁਰਬਾਣੀ ਹਮੇਸ਼ਾ ਸਾਨੂੰ ਉਸ ਪਰਮਾਤਮਾ ਦਾ ਨਾਂ ਜਿਹੜਾ ਹੈ ਉਹ ਲੈਣ ਦੀ ਤਾਕੀਦ ਕਰਦੀ ਹੈ। ਤੇ ਕੋਈ ਵੀ ਸੁੱਖ ਨਹੀਂ, ਸਿਰਫ ਸੁੱਖ ਮਿਲ ਸਕਦਾ ਹੈ ਤੇ ਉਸ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ। ਤੇ ਆਓ ਚੱਲਦੇ ਹਾਂ ਅਗਲੇ ਸ਼ਬਦ ਵੱਲ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਜੀਵਨ ਪਦ ਨਿਰਵਾਣ ਏਕੋ ਸਿਮਰਿਐ, ਜੀਵਨ ਪਦ ਨਿਰਵਾਣ ਏਕੋ ਸਿਮਰਿਐ, ਦੂਜੀ ਨਾਹੀ ਜਾਏ ਕਿਨ ਬਿਦ ਤੀਰਿਐ, ਦੂਜੀ ਨਾਹੀ ਜਾਏ ਕਿਨ ਬਿਦ ਤੀਰਿਐ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। रंग रूप रस बाध
ਸੰਸਾਰ ਸੁਖ ਨਾ ਨਾਮ ਬਿਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਚਾਰ ਤਨ ਤਨ ਹੋਸੀ ਚਾਰ ਜਾਣੈ ਕੋਇ ਜਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ ਤਨ ਤਨ ਹੋਸੀ ਚਾਰ ਤਨ ਤਨ ਹੋਸੀ ਚਾਰ ਜਾਣੈ ਕੋਇ ਜਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਚਾਰ ਤਨ ਤਨ ਹੋਸੀ ਚਾਰ ਜਾਣੈ ਕੋਇ ਜਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਚਾਰ ਤਨ ਤਨ ਹੋਸੀ ਚਾਰ ਜਾਣੈ ਕੋਇ ਜਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਤੇ ਸਤਿਗੁਰ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਤਨ ਤੇ ਧਨ ਜਿਹੜਾ ਹੈ ਇਨ ਰਾਖ ਹੋ ਜਾਣਾ ਹੈ, ਸੁਆਹ ਬਣ ਜਾਣੀ ਇਹਦੀ। ਤੇ ਜੇ ਕੋਈ ਸਾਨੂੰ ਫਾਇਦਾ ਕਰੂਗਾ, ਸੁੱਖ ਦੇਊਗਾ, ਉਹ ਪਰਮਾਤਮਾ ਦਾ ਨਾਮ ਹੈ। ਤੇ ਇਹਨਾਂ ਹੀ ਵਿਚਾਰਾਂ ਦੇ ਨਾਲ ਅਸੀਂ ਆਪ ਤੋਂ ਇਜਾਜ਼ਤ ਮੰਗਦੇ ਹਾਂ। ਪ੍ਰੋਗਰਾਮ ਦਾ ਸਮਾਂ ਖਤਮ ਹੋਣ ਨੂੰ ਹੈ ਤੇ ਅਗਲੇ ਸ਼ਬਦ ਦੇ ਦੂਜੇ ਪਾਰ ਅਸੀਂ ਲੈ ਚੱਲਾਂਗੇ ਆਪ ਜੀ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਧੋ ਹਮ ਐਸੇ